स्वागत है पीटीसी न्यूज़ ਵਿੱਚ ਸਾਰੇ ਦਰਸ਼ਕਾਂ ਦਾ। ਮੈਂ ਹਰਪ੍ਰੀਤ ਸਿੰਘ ਇੱਕ ਖਾਸ ਖਬਰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ। ਪਿਛਲੇ 1.5 ਸਾਲ ਦੇ ਵਿੱਚ ਬੜਾ ਉਥਲ-ਪੁਥਲ ਹੋਇਆ। ਪੂਰੇ ਮੁਲਕ ਨੇ ਉਹ ਹਾਲਾਤ ਦੇਖੇ ਜਿਹੜੇ ਸ਼ਾਇਦ ਕਿਸੇ ਨੇ ਸੋਚੇ ਵੀ ਨਹੀਂ ਸੀ। ਘਰਾਂ ਦੇ ਘਰ ਖਤਮ ਹੋ ਗਏ। ਕੋਵਿਡ-19 ਨੇ ਸਭ ਕੁਝ ਬਰਬਾਦ ਕਰਕੇ ਰੱਖ ਦਿੱਤਾ। ਲੋਕ ਬਿਮਾਰੀ ਨਾਲ ਮਰੇ, ਲੋਕ ਆਰਥਿਕ ਪੱਖੋਂ ਟੁੱਟ ਗਏ ਪੂਰੀ ਤਰ੍ਹਾਂ। ਲੋਕਾਂ ਦੇ ਕੰਮ ਧੰਦੇ, ਵਪਾਰ, ਬਿਜ਼ਨਸ ਸਭ ਕੁਝ ਖਤਮ ਹੋ ਗਿਆ। ਅਜਿਹੇ ਦੇ ਵਿੱਚ ਤੁਹਾਨੂੰ ਸੁਣ ਕੇ ਹੈਰਾਨਗੀ ਹੋਵੇਗੀ ਕਿ ਪਿਛਲੇ 1.5 ਸਾਲਾਂ ਦੇ ਵਿੱਚ ਆਮ ਲੋਕ ਜਿਹੜੇ ਮੱਧਮ ਵਰਗ ਸੀ ਉਹ ਗਰੀਬੀ ਰੇਖਾ 'ਚ ਚਲੇ ਗਏ, ਜਿਹੜੇ ਗਰੀਬ ਸੀਗੇ ਉਹ ਗਰੀਬੀ ਰੇਖਾ ਤੋਂ ਹੇਠਾਂ ਚਲੇ ਗਏ। ਇੱਦਾਂ ਦੀਆਂ ਹਾਲਾਤ ਜਿਹੜੇ ਬਣਦੇ ਗਏ ਪੂਰੇ ਮੁਲਕ ਦੇ ਵਿੱਚ, ਜਿਸ ਨੇ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਇਹ ਸਥਿਤੀ ਕਦੋਂ ਸੁਧਰੇਗੀ, ਇਹ ਸਥਿਤੀ ਕਦੋਂ ਨਜਿੱਠੀ ਜਾਏਗੀ। ਇਹਨਾਂ ਹਾਲਾਤਾਂ ਦੇ ਵਿੱਚ ਤੁਹਾਨੂੰ ਸੁਣ ਕੇ ਹੈਰਾਨਗੀ ਹੋਵੇਗੀ, ਕੁਝ ਅਜਿਹੀਆਂ ਵੀ ਕੰਪਨੀਆਂ ਨੇ ਜਿਨ੍ਹਾਂ ਨੇ ਮੋਟਾ ਚੰਗਾ ਮੁਨਾਫਾ ਕਮਾਇਆ। ਹੁਣ ਤੱਕ ਦੇ ਇਤਿਹਾਸ ਦੇ ਵਿੱਚ ਇੰਨਾ ਮੁਨਾਫਾ ਨਹੀਂ ਕਮਾਇਆ ਜਿੰਨਾ ਪਿਛਲੇ 1.5 ਸਾਲ ਦੇ ਵਿੱਚ ਕੋਵਿਡ ਦੌਰਾਨ ਕਮਾਇਆ। ਜੀ हाँ, ਤੁਸੀਂ ਸਹੀ ਸਮਝ ਰਹੇ ਹੋ। ਇਹ ਕੰਪਨੀਆਂ ਨੇ ਤੇਲ ਕੰਪਨੀਆਂ। ਲਗਾਤਾਰ ਪੈਟਰੋਲ ਡੀਜ਼ਲ ਦੇ ਰੇਟ ਵੱਧਦੇ ਜਾ ਰਹੇ ਨੇ, ਕੰਪਨੀਆਂ ਦਾ ਮੁਨਾਫਾ ਵੱਧਦਾ ਜਾ ਰਿਹਾ। ਤੁਸੀਂ ਦੇਖੋ ਕਰੂਡ ਆਇਲ ਦੀ ਜਿਹੜੀ ਪ੍ਰਾਈਸ 1 ਸਾਲ ਪਹਿਲਾਂ ਕੀ ਸੀ ਤੇ ਅੱਜ ਕੋਵਿਡ ਦੇ ਹਾਲਾਤਾਂ ਕਰਕੇ ਕੀ ਹੈ, ਤਾਂ ਵੀ ਇਸ ਦਾ ਬੈਨੀਫਿਟ ਹੈ ਜਿਹੜਾ ਉਹ ਕੰਜ਼ਿਊਮਰ ਨੂੰ ਨਹੀਂ ਮਿਲਿਆ। ਡਾਇਰੈਕਟ ਬੈਨੀਫਿਟ ਜਿਹੜਾ ਕਸਟਮਰ ਨੂੰ ਮਿਲਣਾ ਚਾਹੀਦਾ ਸੀਗਾ ਉਹ ਨਹੀਂ ਮਿਲਿਆ। ਬੜੀ ਹੈਰਾਨਗੀ ਦੀ ਗੱਲ ਹੈ, $70 ਪ੍ਰਤੀ ਬੈਰਲ ਕੱਚਾ ਤੇਲ ਹੁੰਦਾ ਸੀਗਾ, ਉਦੋਂ ਵੀ ਤੇਲ ਦੀਆਂ ਕੀਮਤਾਂ ਉਹੀ। ਤੇ ਤੁਹਾਨੂੰ ਸੁਣ ਕੇ ਹੈਰਾਨਗੀ ਹੋਏਗੀ, ਮੁਫਤ ਤੇਲ ਮਿਲਦਾ ਸੀਗਾ, ਮੁਫਤ ਕਰੂਡ ਆਇਲ ਜਦੋਂ ਮਿਲਦਾ ਸੀਗਾ ਤਾਂ ਵੀ ਤੇਲ ਦੀਆਂ ਕੀਮਤਾਂ ਹੋਈ ਮੁਫਤ ਤੋਂ ਵੀ ਥੱਲੇ -$37 ਤੱਕ ਪਹੁੰਚ ਗਿਆ। ਯਾਨੀ ਕਿ ਜਿਹੜਾ ਤੇਲ ਕਰੂਡ ਆਇਲ ਲੈਣਾ ਸੀਗਾ ਉਹਦਾ ਕਿਰਾਇਆ ਵੀ ਕੰਪਨੀਆਂ ਤੋਂ ਨਹੀਂ ਲਿਆ ਜਾਂਦਾ ਸੀਗਾ, ਤਾਂ ਵੀ ਇਹਦੇ ਬੈਨੀਫਿਟਸ ਨੇ ਜਿਹੜੇ ਉਹ ਲੋਕਾਂ ਤੱਕ ਨਹੀਂ ਪਹੁੰਚਾਏ ਗਏ। ਭਾਵੇਂ ਉਹ ਡੀਜ਼ਲ ਹੋਵੇ, ਭਾਵੇਂ ਪੈਟਰੋਲ ਹੋਵੇ। ਇਹ ਖਬਰ ਤੁਹਾਡੇ ਤੱਕ ਪਹੁੰਚਾਉਣੀ ਇਸ ਕਰਕੇ ਜ਼ਰੂਰੀ ਹੈ। ਸਾਡੇ ਮੁਲਕ ਦੇ ਪ੍ਰਧਾਨ ਮੰਤਰੀ ਸਾਹਿਬ ਇਸ ਗੱਲ ਵੱਲ ਗੌਰ ਕਰਨ ਕਿ ਲੋਕ ਮਰ ਰਹੇ ਨੇ। ਲੋਕਾਂ ਨੇ 1.5 ਸਾਲ ਦੇ ਵਿੱਚ ਆਪਣਾ ਸਭ ਕੁਝ ਗਵਾ ਦਿੱਤਾ, ਪਰ ਵੱਡੀਆਂ ਤੇਲ ਕੰਪਨੀਆਂ ਨੇ ਮੋਟੇ ਮੁਨਾਫੇ ਕਮਾਏ ਨੇ। ਉਹ ਮੋਟੇ ਮੁਨਾਫੇ ਲੋਕਾਂ ਦੇ ਬਣਦੇ ਸੀ ਜਿਹੜੇ ਉਹਨਾਂ ਦੀਆਂ ਜੇਬਾਂ 'ਚ ਗਏ ਨੇ। $25 ਪ੍ਰਤੀ ਲੀਟਰ 1 ਸਾਲ ਦੇ ਵਿੱਚ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ 'ਚ ਵਾਧਾ ਹੋਇਆ। ਇਹ ਉਹ ਵਾਧਾ ਸੀਗਾ ਜਿਹਦਾ ਸਿੱਧਾ ਮੁਨਾਫਾ ਕੰਪਨੀਆਂ ਨੇ ਖਾਧਾ, ਜਦਕਿ ਕਰੂਡ ਆਇਲ ਦੀ ਕੀਮਤ ਹੈ ਜਿਹੜੀ ਉਹ ਮਾਈਨਸ ਤੱਕ ਪਹੁੰਚ ਗਈ। ਇੱਕ ਛੋਟੀ ਜਿਹੀ ਐਗਜ਼ਾਮਪਲ ਦੇਣਾ, ਤੁਸੀਂ ਬਾਜ਼ਾਰ ਦੇ ਵਿੱਚੋਂ ਕੋਈ ਚੀਜ਼ ਲੈਣ ਜਾਂਦੇ ਹੋ, ₹75 ਦੀ ਹੈ, ਤੁਸੀਂ ਗਾਹਕ ਨੂੰ ਅੱਗੇ ਚਲੋ ₹100 ਦੀ ਵੇਚ ਦੋਗੇ, ₹25 ਮੁਨਾਫਾ ਕਮਾਓਗੇ। ਜਦੋਂ ਬਾਜ਼ਾਰ ਦੇ ਵਿੱਚ ਤੁਸੀਂ ਲੈਣ ਗਈ ₹75 ਦੀ ਚੀਜ਼, ਉਹ ਤੁਹਾਨੂੰ ਬੰਦਾ ਕਵੇ ਫ੍ਰੀ ਲੈ ਜਾ, ਨਾਲ ਕਿਰਾਇਆ ਵੀ ਤੈਨੂੰ ਦੇ ਰਿਹਾ, ਤੇ ਤੁਸੀਂ ਫਿਰ ਵੀ ₹100 ਦੀ ਅੱਗੇ ਚੀਜ਼ ਵੇਚੋਗੇ ਤਾਂ 100 ਦਾ 100 ਮੁਨਾਫਾ ਤੁਹਾਨੂੰ। ਅਜਿਹਾ ਹੀ ਹੋਇਆ, ਕਰੂਡ ਆਇਲ ਦੀ ਕੀਮਤ ਘਟੀ ਪਰ ਕੰਪਨੀਆਂ ਨੇ ਉਹਦਾ ਮੁਨਾਫਾ ਲੋਕਾਂ ਨੂੰ ਨਹੀਂ ਦਿੱਤਾ। ਇਹ ਇੱਕ ਵੱਡਾ ਸਵਾਲ ਜ਼ਰੂਰ ਖੜਾ ਹੁੰਦਾ ਹੈ। ਥੋੜੀ ਜਿਹੀ ਡਿਟੇਲ ਦੇ ਵਿੱਚ ਤਫਸੀਲ ਨਾਲ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਇੱਕ ਖਾਸ ਮਹਿਮਾਨ ਜੁੜੇ ਹੋਏ ਨੇ। ਮੌਂਟੀ ਸਹਿਗਲ ਸਾਹਿਬ, ਸਪੋਕਸ ਪਰਸਨ ਨੇ ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਪੰਜਾਬ ਦੇ। ਮੌਂਟੀ ਜੀ, ਮੇਰੀ ਆਵਾਜ਼ ਆ ਰਹੀ ਹੈ ਤੁਹਾਨੂੰ? ਹਾਂਜੀ ਹਰਪ੍ਰੀਤ ਜੀ, ਬਿਲਕੁਲ ਤੁਹਾਡੀ ਆਵਾਜ਼ ਆ ਰਹੀ ਹੈ। ਸਤਿ ਸ਼੍ਰੀ ਅਕਾਲ। ਮੌਂਟੀ ਜੀ, ਥੋੜਾ ਜਿਹਾ ਸਮਝਾਓਗੇ, ਜਿੱਥੇ 1.5 ਸਾਲਾਂ ਦੇ ਵਿੱਚ ਪੂਰਾ ਮੁਲਕ ਤਰਾਸਦੀ ਭਰੇ ਇਸ ਸਮੇਂ ਦੇ ਵਿੱਚੋਂ ਨਿਕਲ ਰਿਹਾ ਸੀ, ਲੋਕਾਂ ਦੇ ਕੰਮਕਾਰ ਖਤਮ ਹੋ ਗਏ। ਬੜਾ ਹੈਰਾਨੀਜਨਕ ਇਹ ਗੱਲ ਨਜ਼ਰ ਆਉਂਦੀ ਹੈ ਜਿਹੜੀ ਤੁਸੀਂ ਵੀ ਸਾਡੇ ਨਾਲ ਸ਼ੇਅਰ ਕੀਤੀ ਹੈ ਕਿ ਪਿਛਲੇ 1 ਸਾਲ ਦੇ ਵਿੱਚ ਇੱਕ ਐਡੀ ਵੱਡੀ ਲੁੱਟ ਹੋਈ ਹੈ। ਤੇਲ ਕੰਪਨੀਆਂ ਨੇ ਇਤਿਹਾਸਿਕ ਮੁਨਾਫਾ ਕਮਾਇਆ। ਇਹ ਕਿਵੇਂ ਪੋਸੀਬਲ ਹੋ ਸਕਦਾ ਹੈ? ਜਦੋਂ ਲਾਕਡਾਊਨ ਲੱਗਿਆ ਰਿਹਾ, ਤੇਲ ਦੀ ਖਪਤ ਘਟ ਰਹੀ, ਫਿਰ ਵੀ ਕੰਪਨੀਆਂ ਨੇ ਮੁਨਾਫਾ ਕਮਾਇਆ। ਥੋੜਾ ਤਫਸੀਲ ਨਾਲ ਸਮਝਾਓ। ਹਰਪ੍ਰੀਤ ਜੀ, ਇਸ ਤਰ੍ਹਾਂ ਆ ਵੀ ਜਿਹੜੇ ਤੇਲ ਦੀਆਂ ਕੰਪਨੀਆਂ ਹਿੰਦੁਸਤਾਨ ਦੇ ਵਿੱਚ ਚੱਲ ਰਹੀਆਂ ਨੇ, ਭਾਵੇਂ ਉਹ ਇੰਡੀਅਨ ਆਇਲ ਹੋਇਆ, ਭਾਰਤ ਪੈਟਰੋਲੀਅਮ ਹੋਇਆ, ਜਾਂ ਹਿੰਦੁਸਤਾਨ ਪੈਟਰੋਲੀਅਮ ਹੈ, ਜਾਂ ਈਵਨ ਰਿਲਾਇੰਸ ਵੀ ਹੈ, ਪ੍ਰਾਈਵੇਟ ਕੰਪਨੀਆਂ ਨੇ, ਰਿਲਾਇੰਸ ਹੈ, SR ਹੈ। ਬੇਸਿਕਲੀ ਇਹਦੇ 'ਚ ਕੀ ਹੈ ਜੀ, ਇਹ ਸਾਰੀਆਂ ਦੇ ਵਿੱਚ ਜਿਹੜੀਆਂ ਤੇਲ ਦੀਆਂ ਕੀਮਤਾਂ ਹੁੰਦੀਆਂ, ਇਹ ਇੰਟਰਨੈਸ਼ਨਲ ਮਾਰਕੀਟ ਨਾਲ ਲਿੰਕਡ ਕੀਤੀਆਂ ਹੋਈਆਂ, ਕਿਉਂਕਿ ਗਵਰਨਮੈਂਟ ਆਫ ਇੰਡੀਆ ਨੇ ਬਹੁਤ ਸਾਲ ਪਹਿਲਾਂ ਇਹਨਾਂ ਨੂੰ ਡੀਰੈਗੂਲੇਟ ਕਰਤਾ ਸੀ ਔਰ ਇਹਨਾਂ ਨੂੰ ਮਾਰਕੀਟ ਇੰਟਰਨੈਸ਼ਨਲ ਪ੍ਰਾਈਸਿਸ ਦੇ ਨਾਲ ਜੋੜ ਦਿੱਤਾ ਸੀਗਾ। ਲੇਕਿਨ ਜਦੋਂ ਪਿਛਲੇ ਸਾਲ 2020 ਦੇ ਵਿੱਚ, ਖਾਸ ਤੌਰ ਤੇ ਜਦੋਂ ਮਾਰਚ ਦੇ ਵਿੱਚ ਆ ਕੇ ਲੋਕਡਾਊਨ ਲੱਗ ਗਿਆ ਹਿੰਦੁਸਤਾਨ ਦੇ ਵਿੱਚ, ਔਰ ਧੀਰੇ ਫਿਰ ਸਾਰੀ ਵਰਲਡ ਦੇ ਵਿੱਚ ਵੀ ਲੋਕਡਾਊਨ ਲੱਗ ਗਿਆ, ਉਹਦੇ ਨਾਲ ਕੀ ਹੋਇਆ ਵੀ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਕਰੂਡ ਦੀਆਂ ਕੀਮਤਾਂ ਜਿਹੜੀਆਂ ਉਹ ਇਸ ਸਤਰ ਤੱਕ ਗਿਰ ਗਈਆਂ ਵੀ ਉਹਨਾਂ ਦਾ ਕੋਈ ਬਾਇਰ ਨਹੀਂ ਸੀ। ਔਰ ਕਰੂਡ ਦੀਆਂ ਕੀਮਤਾਂ ਸਾਡੇ ਇਤਿਹਾਸ 'ਚ ਪਹਿਲੀ ਵਾਰੀ ਹੋਇਆ ਵੀ -$37 ਤੱਕ ਚਲੀ ਗਈ। ਇਹਦਾ ਮਤਲਬ ਇਹ ਸੀਗਾ ਵੀ ਤੁਸੀਂ ਸਾਡੇ ਤੋਂ ਤੇਲ ਲੈ ਜਾਓ, ਸਾਡੇ ਤੋਂ ਭਾੜਾ ਵੀ ਲੈ ਜਾਓ, ਵੀ ਸਾਡੀ ਇਨਵੈਂਟਰੀ ਕਲੀਅਰ ਕਰੋ। ਅਸੀਂ ਇਹ ਸੋਚਦੇ ਰਹੇ ਵੀ ਚਲੋ ਇਸ ਹਾਲਾਤਾਂ ਦੇ ਵਿੱਚ, ਕਿਉਂਕਿ ਤੇਲ ਜਿੱਥੇ ਲੋਕਾਂ ਕੋਲ ਸਟੋਰ ਨਹੀਂ ਹੋ ਰਿਹਾ, ਖਰੀਦਿਆ ਨਹੀਂ ਜਾ ਰਿਹਾ ਜਾਂ ਵਿਕ ਨਹੀਂ ਰਿਹਾ, ਵੀ ਇਸ ਪੋਜੀਸ਼ਨ 'ਚ ਆ ਗਿਆ। ਔਰ ਸ਼ਾਇਦ ਇਸ ਚੀਜ਼ ਦਾ ਜਿਹੜਾ ਵਾਧਾ ਆ ਉਹ ਕਿਤੇ ਨਾ ਕਿਤੇ ਤੇਲ ਕੰਪਨੀਆਂ ਆਮ ਬੰਦੇ ਨੂੰ, ਆਮ ਲੋਕਾਂ ਨੂੰ ਰਾਹਤ ਦੇਣ ਵਾਸਤੇ ਸ਼ਾਇਦ ਇਹ ਵੀ ਤੇਲ ਦੀਆਂ ਕੀਮਤਾਂ ਘਟਣਗੀਆਂ। ਲੇਕਿਨ ਉਹ ਕੀਮਤਾਂ ਨਹੀਂ ਘਟੀਆਂ। ਉਸ ਟਾਈਮ ਦੇ ਵਿੱਚ ਜਿਹੜੀ ਕੇਂਦਰ ਦੀ ਸਰਕਾਰ ਸੀ, ਇਹਨਾਂ ਤੇ ਵੀ ਕਾਫੀ ਆਰੋਪ ਲੱਗਦੇ ਰਹੇ ਵੀ ਜੀ ਇਹਨਾਂ ਨੇ ਬਹੁਤ ਸਾਰਾ
ਟੈਕਸ ਇਕੱਠਾ ਕਰ ਲਿਆ ਟੈਕਸ ਦੇ ਨਾਂ ਤੇ, ਕਿਉਂਕਿ ਕੇਂਦਰ ਸਰਕਾਰ ਨੇ ਵੀ ਟੈਕਸ ਵਧਾਇਆ, ਉਹਨਾਂ ਨੇ ਵੀ ਐਕਸਾਈਜ਼ ਡਿਊਟੀ ਵਧਾ ਲਈ, 13-14 ਰੁਪਏ ਉਹ ਵਧੇ। ਸੋ ਅਲਟੀਮੇਟਲੀ ਹੋਇਆ ਕਿ ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਇਫੈਕਟ ਸੀ, ਜਿਹੜਾ ਬੈਨੀਫਿਟ ਸੀ, ਜਿਹੜਾ ਕਸਟਮਰ ਨੂੰ ਮਿਲਣਾ ਚਾਹੀਦਾ ਸੀ, ਉਹ ਬੈਨੀਫਿਟ ਨਹੀਂ ਮਿਲਿਆ। ਔਰ ਉਹ ਬੈਨੀਫਿਟ ਕਿਤੇ ਨਾ ਕਿਤੇ ਅਸੀਂ ਇਹ ਸਮਝਦੇ ਰਹੇ ਵੀ ਇਹ ਸਰਕਾਰਾਂ ਖਾ ਗਈਆਂ ਜੀ, ਸਰਕਾਰਾਂ ਲੈ ਗਈਆਂ। ਲੇਕਿਨ ਇਹ ਸਾਰਾ ਕੁਝ ਹੋਣ ਤੋਂ ਬਾਅਦ ਜਿਹੜੀ ਹੈਰਾਨਗੀ ਵਾਲੀ ਗੱਲ ਹੈ ਉਹ ਇਹ ਹੈਗੀ ਹੈ ਵੀ ਪਿਛਲੇ ਸਾਲ 2020 ਔਰ 2021 ਦਾ ਜਿਹੜਾ ਫਾਈਨੈਂਸ਼ੀਅਲ ਈਅਰ ਹੈ ਉਹਦੇ ਵਿੱਚ ਤੇਲ ਕੰਪਨੀਆਂ ਨੇ ਜਦੋਂ ਆਪਣੀਆਂ ਡਿਟੇਲਸ ਕੱਢੀਆਂ ਔਰ ਉਹਨਾਂ ਨੇ ਦੱਸਿਆ ਵੀ ਸਾਡੇ ਜਿਹੜੀ ਸੇਲਸ ਨੇ ਉਹ 14% ਤੱਕ ਡਾਊਨ ਹੋਈਆਂ ਤੇਲ ਦੀਆਂ ਸੇਲਾਂ, ਤੇਲ ਦੀਆਂ ਕੰਪਨੀਆਂ ਦੀਆਂ। ਲੇਕਿਨ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਆਪਣੇ ਮੁਨਾਫੇ ਦਾ ਈਅਰ ਐਂਡਿੰਗ ਰਿਜ਼ਲਟ ਜਦੋਂ ਅਨਾਉਂਸ ਕੀਤਾ ਤੇ ਅਸੀਂ ਆਪ ਸੋਚ ਕੇ ਹੈਰਾਨ ਹੋ ਗਏ ਆ ਵੀ ਇਹਨਾਂ ਨੇ ਆਪਣੇ ਰਿਜ਼ਲਟ 14% ਸੇਲ ਗਿਰਨ ਤੋਂ ਬਾਅਦ ਵੀ 21,000 ਕਰੋੜ ਰੁਪਏ ਇੰਡੀਅਨ ਆਇਲ ਕਾਰਪੋਰੇਸ਼ਨ ਨੇ ਕੱਲੀ ਨੇ ਨੈਟ ਪ੍ਰੋਫਿਟ ਡਿਕਲੇਅਰ ਕੀਤਾ ਹੈ। ਔਰ ਉਹਦੇ ਉੱਪਰ ਇਹ ਵੀ ਲਿਖਿਆ ਹੈ ਹਾਈਐਸਟ ਐਵਰ ਪ੍ਰੋਫਿਟ। ਤੇ ਇਹਦਾ ਮਤਲਬ ਤੇ ਹੋ ਗਿਆ ਨਾ ਵੀ ਇਹ ਲੁੱਟ ਕੇ ਤੇ ਤੇਲ ਕੰਪਨੀਆਂ ਲੈ ਗਈਆਂ ਸਾਰਾ ਕੁਝ। ਔਰ ਜਿੱਥੇ ਤੱਕ ਬੈਨੀਫਿਟ ਸੀਗਾ ਕਸਟਮਰ ਨੂੰ ਦੇਣ ਵਾਲਾ, ਦੇਖੋ $70 ਦੇ ਆਸ-ਪਾਸ ਕਰੂਡ ਸੀਗਾ ਕੋਵਿਡ ਤੋਂ ਪਹਿਲਾਂ, ਅੱਜ ਵੀ $70 ਤੋਂ ਥੱਲੇ ਆ। ਕੋਵਿਡ ਮਤਲਬ ਚੱਲ ਰਿਹਾ ਹੈ, ਕੋਵਿਡ ਦਾ ਜਿਸ ਤਰ੍ਹਾਂ ਦਾ ਵੀ ਹਾਲਾਤ ਚੱਲ ਰਹੇ ਨੇ, ਲੇਕਿਨ ਜਿਹੜੀਆਂ ਤੇਲ ਦੀਆਂ ਕੀਮਤਾਂ ਨੇ ਉਹ 25-25 ਰੁਪਏ ਲੀਟਰ ਦੋਨੋਂ ਪ੍ਰੋਡਕਟਸ ਪੈਟਰੋਲ ਔਰ ਡੀਜ਼ਲ ਦੋਨਾਂ ਦੇ ਵੱਧ ਗਏ। ਤੇ ਅਲਟੀਮੇਟਲੀ ਤੁਸੀਂ ਦੱਸੋ ਤਾਂ ਸਹੀ, ਸਾਨੂੰ ਵੀ ਜਸਟੀਫਾਈ ਕਰੋ, ਲੋਕਾਂ ਨੂੰ ਵੀ ਜਸਟੀਫਾਈ ਕਰੋ ਕਿ ਇਹ 25 ਰੁਪਏ ਲੀਟਰ ਕੌਣ ਖਾ ਗਿਆ। ਬਿਲਕੁਲ, ਇਹ ਬਹੁਤ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਜਦੋਂ ਕਰੂਡ ਆਇਲ, ਜਦੋਂ ਕਹਿੰਦੇ ਕਿ ਕੌਮਾਂਤਰੀ ਤੌਰ ਤੇ ਜੀ ਰੇਟ ਵੱਧਦਾ, ਜਦੋਂ ਵੱਧਦਾ ਤਾਂ ਤੁਸੀਂ ਵਧਾ ਲੈਂਦੇ ਹੋ, ਪਰ ਜਦੋਂ ਰੇਟ ਘਟਦਾ ਉਹਦਾ ਬੈਨੀਫਿਟ ਹੈ ਜਿਹੜਾ ਉਹ ਕੰਜ਼ਿਊਮਰ ਨੂੰ ਨਹੀਂ ਮਿਲ ਪਾਉਂਦਾ। ਮੋਦੀ ਸਾਹਿਬ ਮੈਨੂੰ ਇੱਕ ਗੱਲ ਹੋਰ ਦੱਸੋ, ਜਿਹੜਾ ਤੁਸੀਂ -37 ਕਿਹਾ ਹੈ ਕਿ ਕਰੂਡ ਆਇਲ ਦਾ ਰੇਟ ਪਹੁੰਚ ਗਿਆ ਸੀਗਾ, ਜੇ ਉਸ ਹਿਸਾਬ ਨਾਲ ਲਗਾਈਏ ਤਾਂ ਇੱਕ ਅੰਦਾਜ਼ੇ ਦੇ ਮੁਤਾਬਕ ਇਹਦਾ ਕਿੰਨਾ ਕੁ ਫਾਇਦਾ ਜਿਹੜਾ ਉਹ ਡਾਇਰੈਕਟ ਕੰਜ਼ਿਊਮਰ ਨੂੰ ਮਿਲ ਸਕਦਾ ਸੀਗਾ? ਪ੍ਰਤੀ ਲੀਟਰ ਕਿੰਨਾ ਡੀਜ਼ਲ ਤੇ ਪੈਟਰੋਲ ਹੋਣਾ ਚਾਹੀਦਾ ਸੀਗਾ? ਇੱਕ ਮੋਟਾ ਅੰਦਾਜ਼ਾ ਦੱਸੋ। ਦੇਖੋ ਹਰਪ੍ਰੀਤ ਜੀ, ਅਗਰ ਅਸੀਂ ਇਹਦੇ ਵਿੱਚ ਰਿਫਾਈਨਿੰਗ ਮਾਰਜਨ ਜਾਂ ਇਹਨਾਂ ਦੀ ਟਰਾਂਸਪੋਰਟੇਸ਼ਨ ਦੀ ਕਾਸਟ ਜਿਹੜੀ ਇਹ ਚਾਹੁੰਦੇ ਨੇ ਯਾਰ ਕਰਦੇ ਨੇ, ਦੇਖੋ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ, ਬੜਾ ਇੰਟਰਸਟਿੰਗ ਡਾਕੂਮੈਂਟ ਹੈਗਾ, ਹਰ ਵੈਬਸਾਈਟ ਤੇ ਅਵੇਲੇਬਲ ਹੈ। ਉਹ ਹੁੰਦਾ ਹੈ ਪ੍ਰਾਈਸ ਬਿਲਡਅਪ। ਪ੍ਰਾਈਸ ਬਿਲਡਅਪ ਦੇ ਵਿੱਚ ਮੈਂ ਇਹਨਾਂ ਨੂੰ ਪਿਛਲੇ 1 ਸਾਲ ਤੋਂ ਟਰੈਕ ਕਰ ਰਿਹਾ। ਕਰੂਡ ਆਇਲ ਪ੍ਰਾਈਸ ਬਿਲਡਅਪ ਦੇ ਵਿੱਚ ਹਿੰਦੁਸਤਾਨ ਦੇ ਵਿੱਚ $16-17 ਤੱਕ ਬੇਸ ਪ੍ਰਾਈਸ ਤੱਕ ਚਲਾ ਗਿਆ ਸੀ, ਔਰ ਇਹ ਅੱਜ ਦੀ ਡੇਟ ਦੇ ਵਿੱਚ ਵੀ 34 ਰੁਪਏ ਲੀਟਰ ਦੇ ਹਿਸਾਬ ਨਾਲ ਹੀ ਹੈਗਾ। ਤੁਸੀਂ ਇਹ ਸਮਝ ਕੇ ਲਓ ਵੀ 16 ਰੁਪਏ ਲੀਟਰ ਦਾ ਤੇਲ ਖਰੀਦ ਕੇ ਵੀ ਤੁਸੀਂ ਔਰ 34 ਰੁਪਏ ਲੀਟਰ ਦਾ ਤੇਲ ਖਰੀਦ ਕੇ ਵੀ ਤੁਸੀਂ ਇੱਕੋ ਪ੍ਰਾਈਸ ਕਿੱਦਾਂ ਲੈ ਸਕਦੇ ਹੋ ਦੋਨਾਂ ਚੀਜ਼ਾਂ ਤੋਂ? ਸੇਮ ਪ੍ਰਾਈਸ ਕਿਵੇਂ ਮਿਲ ਸਕਦਾ ਤੁਹਾਨੂੰ? ਹਾਂਜੀ। ਅੱਛਾ ਮੋਂਟੀ ਜੀ, ਇੱਕ ਹੋਰ ਗੱਲ ਦੱਸੋ, ਇਹਨਾਂ ਕੰਪਨੀਆਂ ਤੇ ਕਿਸੇ ਤਰ੍ਹਾਂ ਦਾ ਕੋਈ ਚੈੱਕ ਨਹੀਂ ਹੁੰਦਾ? ਸਰਕਾਰਾਂ ਦਾ ਕੋਈ ਚੈੱਕ ਨਹੀਂ ਹੈ ਕਿ ਤੁਸੀਂ 21,000 ਕਰੋੜ ਰੁਪਏ ਦਾ ਮੁਨਾਫਾ ਕਮਾਗੇ, ਉਹ ਵੀ ਉਦੋਂ ਜਦੋਂ ਲੋਕ ਮਰ ਰਹੇ ਨੇ, ਜਦੋਂ ਲੋਕਾਂ ਨੂੰ ਸਭ ਤੋਂ ਵੱਧ ਰਾਹਤ ਦੇਣ ਦੀ ਲੋੜ ਹੈ, ਜਦੋਂ ਕਰੂਡ ਆਇਲ ਦੇ ਰੇਟ ਇੰਨੇ ਘਟ ਰਹੇ ਨੇ, ਤਾਂ ਤੁਸੀਂ ਉਹਦਾ ਡਾਇਰੈਕਟ ਬੈਨੀਫਿਟ ਹੈ ਜਿਹੜਾ ਉਹ ਕੰਜ਼ਿਊਮਰ ਨੂੰ ਦਿਓਗੇ। ਇਸ ਸਭ ਦੇ ਬਾਵਜੂਦ 21,000 ਕਰੋੜ ਰੁਪਈਆ ਇੰਡੀਅਨ ਆਇਲ ਵਰਗੀ ਕੰਪਨੀ ਕਮਾਉਂਦੀ ਹੈ ਔਰ ਬੜੇ ਮਾਣ ਦੇ ਨਾਲ ਕਹਿੰਦੀ ਹੈ ਕਿ ਇਹ ਹਾਈਐਸਟ ਐਵਰ, ਹੁਣ ਤੱਕ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਧ ਮੁਨਾਫਾ ਅਸੀਂ ਕਮਾਇਆ ਹੈ। ਇਹਦੇ ਤੇ ਕੋਈ ਚੈੱਕ ਨਹੀਂ ਹੈ, ਸਰਕਾਰਾਂ ਦਾ ਚੈੱਕ ਨਹੀਂ ਹੈ ਕਿਸੇ ਤਰ੍ਹਾਂ ਦਾ? ਦੇਖੋ ਜੀ, ਇਹਨੂੰ ਚੈੱਕ ਕਰਨਾ ਕੋਈ ਬਹੁਤ ਮੁਸ਼ਕਲ ਕੰਮ ਨਹੀਂ ਹੈ, ਲੇਕਿਨ ਮੇਰਾ ਮਤਲਬ ਤੁਹਾਡੇ ਚੈਨਲ ਤੇ ਇੱਕ ਬੜਾ ਵੱਡਾ ਔਰ ਸਿੱਧਾ ਬਿਆਨ ਇਹ ਹੈਗਾ ਵੀ ਇਹ ਸਾਰੇ ਰਲੇ ਹੋਏ ਹੈ, ਇਹਨਾਂ ਸਭ ਨੂੰ ਪਤਾ ਵੀ ਕਿੱਥੇ ਕੀ ਕਮਾਈ ਹੋ ਰਹੀ ਹੈ, ਕਿੱਥੇ ਕੀ ਹੋ ਰਿਹਾ। ਸੋ ਗਵਰਨਮੈਂਟ, ਆਇਲ ਕੰਪਨੀਜ਼ ਐਂਡ ਈਵਨ ਦ ਸਟੇਟ ਗਵਰਨਮੈਂਟਸ ਆਲਸੋ, ਦੇ ਆਰ ਹੈਂਡ ਇਨ ਗਲਵ। ਇਹਨਾਂ ਨੇ ਕਿਸੇ ਵੀ ਪੋਜੀਸ਼ਨ ਤੇ ਆ ਕੇ ਇਹਨਾਂ ਨੇ ਕੰਜ਼ਿਊਮਰ ਬਾਰੇ ਨਹੀਂ ਸੋਚਿਆ। ਇਸ ਟਾਈਮ ਆਪਣੇ ਖਰਚੇ, ਆਪਣੇ ਖਜ਼ਾਨੇ ਭਰਨ ਦੀ ਗੱਲ ਕੀਤੀ ਹੈ। ਗਵਰਨਮੈਂਟ ਆਫ ਇੰਡੀਆ ਦਾ 2019-20 ਔਰ 2019-20 ਦੇ ਵਿੱਚ 1,94,000 ਕਰੋੜ ਰੁਪਏ ਐਕਸਾਈਜ਼ ਡਿਊਟੀ ਦੀ ਕਲੈਕਸ਼ਨ ਸੀ, ਤੇ ਪੈਂਡੇਮਿਕ ਦੇ ਦੌਰਾਨ 2020-21 ਦੇ ਵਿੱਚ ਉਹਨਾਂ ਦੀ ਉਹ ਕਲੈਕਸ਼ਨ 1,94,000 ਤੋਂ ਕਰੋੜ ਤੋਂ ਵੱਧ ਕੇ 3,40,000 ਕਰੋੜ ਹੋ ਗਈ। ਤੁਸੀਂ ਦੱਸੋ ਤਾਂ ਸਹੀ ਵੀ ਇਹ ਆਪਦਾ ਸਾਡੇ ਵਾਸਤੇ ਹੈ, ਆਪਦਾ ਸਰਕਾਰ ਵਾਸਤੇ ਹੈ, ਕਿ ਇਹ ਕਿਹਦੇ ਵਾਸਤੇ ਹੈ? ਕਿ ਇਹ ਅਫਸਰ ਹੈ ਜਿਹੜਾ ਇਹ ਤੇਲ ਕੰਪਨੀਆਂ ਨੂੰ ਜਾਂ ਸਟੇਟ ਗਵਰਨਮੈਂਟਸ ਨੂੰ, ਈਵਨ ਪੰਜਾਬ ਸਰਕਾਰ ਆਲਸੋ ਜਿਹੜੀ ਹਮੇਸ਼ਾ ਕਹਿੰਦੀ ਸੀ ਵੀ ਸਾਡੇ ਖਾਨੇ 'ਚ ਪੈਸੇ ਨਹੀਂ ਹੈਗੇ, ਇਸ ਸਾਲ ਦੇ ਵਿੱਚ 10,000 ਕਰੋੜ ਰੁਪਏ ਇਹਨਾਂ ਨੇ ਵੀ ਐਡੀਸ਼ਨਲ ਕਮਾਇਆ। ਤੇ ਮੈਨੂੰ ਇਹ ਦੱਸੋ ਨਾ ਵੀ ਇਹ ਆਪਦਾ ਤੇ ਫਿਰ ਇਹਨਾਂ ਲੋਕਾਂ ਵਾਸਤੇ ਆਪਦਾ ਹੈ ਤੇ ਇਹ ਸਰਕਾਰਾਂ ਵਾਸਤੇ ਤੇਲ ਕੰਪਨੀਆਂ ਵਾਸਤੇ, ਜਦ ਕਿ ਚਾਹੀਦਾ ਹੀ ਸੀਗਾ ਜਿਹੜਾ ਪੈਸਾ ਤੁਸੀਂ ਇੰਨਾ ਵਾਧੂ ਕਮਾਇਆ ਉਹ ਲੋਕਾਂ ਨੂੰ ਜਾਣਾ ਚਾਹੀਦਾ ਸੀਗਾ, ਉਹਦਾ ਬੈਨੀਫਿਟ ਲੋਕਾਂ ਨੂੰ ਜਾਣਾ ਚਾਹੀਦਾ ਸੀਗਾ, ਕਿਉਂਕਿ ਉਹ ਸਿੱਧਾ ਲੋਕਾਂ ਦੇ ਨਾਲ ਜੁੜਿਆ ਹੋਇਆ ਮਸਲਾ।
ਬਿਲਕੁਲ ਬਿਲਕੁਲ, ਇਹ ਅਸੀਂ ਇਹੀ ਕਹਿੰਦੇ ਆ ਵੀ ਇਹ ਜੋ ਕੁਝ ਹੋਇਆ ਇਹਦੇ ਤੇ ਇੱਕ ਬੜੀ ਵੱਡੀ ਇਨਕੁਆਇਰੀ ਹੋਣੀ ਚਾਹੀਦੀ ਹੈ। ਔਰ ਇਹ ਜਿਸ ਤਰੀਕੇ ਨਾਲ ਪੈਂਡੇਮਿਕ ਦੇ ਵਿੱਚ ਪ੍ਰੋਫਿਟਰਿੰਗ ਨੂੰ ਕਹਿ ਕੇ ਲੋਕਾਂ ਦੇ ਪਰਚਾ ਦਰਜ ਕਰ ਰਹੇ ਨੇ, ਭਾਵੇਂ ਦੁਕਾਨਦਾਰਾਂ ਦੇ ਕਰ ਰਹੇ ਨੇ ਜਾਂ ਕਿਸੇ ਦੇ ਵੀ ਕਰ ਰਹੇ ਨੇ, ਇਹ ਵੀ ਤਾਂ ਕਾਲਾਬਾਜ਼ਾਰੀ ਹੈ, ਇਹ ਕਿਹੜਾ ਨਹੀਂ ਕਾਲਾਬਾਜ਼ਾਰੀ। ਹੈਲੋ ਜੀ ਮੌਂਟੀ ਜੀ, ਫਿਰ ਇਹ ਵੀ ਕਾਲਾਬਾਜ਼ਾਰੀ ਦੀ ਗਿਣਤੀ ਦੇ ਵਿੱਚ ਆ ਜਾਂਦਾ, ਇਹ ਵੀ ਤਾਂ ਕਾਲਾਬਾਜ਼ਾਰੀ ਹੈ ਜੀ। ਬਿਲਕੁਲ ਕਾਲਾਬਾਜ਼ਾਰੀ ਹੈ। ਇਹ ਸਿਰਫ ਲੀਗਲ ਕਾਲਾਬਾਜ਼ਾਰੀ ਕਰ ਰਹੇ ਨੇ, ਮਤਲਬ ਇਹਨਾਂ ਕੋਲ ਲਾਇਸੈਂਸ ਹੈ ਕਾਲਾਬਾਜ਼ਾਰੀ ਕਰਨ ਦਾ। ਇਸ ਦਾ ਮਤਲਬ ਤਾਂ ਇਹੀ ਹੋਇਆ ਨਾ, ਜਦੋਂ ਤੇਲ ਤੁਹਾਡਾ ਵਿਕਿਆ ਘੱਟ ਤੇ ਤੁਹਾਨੂੰ ਕਮਾਈ ਡਬਲ ਹੋ ਗਈ ਤੇ ਇਹਦਾ ਮਤਲਬ ਤੇ ਇਹ ਹੋ ਗਿਆ ਨਾ ਵੀ ਤੁਸੀਂ ਕਾਲਾਬਾਜ਼ਾਰੀ ਕੀਤੀ ਹੈ। ਔਰ ਸਾਡੇ ਮਾਰਜਨ ਪਿਛਲੇ 4 ਸਾਲ ਤੋਂ ਇਹਨਾਂ ਨੇ ਨਹੀਂ ਵਧਾਏ, ਸਿਰਫ ਇਸ ਕਰਕੇ ਵੀ ਇਹਨਾਂ ਨੂੰ ਇਹ ਲੱਗਦਾ ਵੀ ਜੇ ਪੰਪਾਂ ਵਾਲੇ ਬਹੁਤ ਪੈਸਾ ਕਮਾ ਰਹੇ ਨੇ। ਸਾਡੇ ਟ੍ਰੇਡ ਨੂੰ ਪੰਜਾਬ ਸਰਕਾਰ ਨੇ ਬਰਬਾਦ ਕਰਕੇ ਰੱਖਤਾ ਔਰ ਸੈਂਟਰਲ ਗਵਰਨਮੈਂਟ ਦੇ ਵਿੱਚ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਤੇਲ ਕੰਪਨੀਆਂ ਸਾਡਾ ਮਾਰਜਨ ਨਹੀਂ ਵਧਾ ਰਹੀਆਂ। ਪੈਂਡੇਮਿਕ ਦੇ ਦੌਰਾਨ ਉਹਨਾਂ ਨੇ ਸਾਨੂੰ ਇੱਥੇ ਤੱਕ ਵੀ ਕਹਿਤਾ ਸੀਗਾ ਵੀ ਇਹ ਕੋਈ ਸਮਾਂ ਨਹੀਂ ਹੈ ਇਸ ਚੀਜ਼ ਨੂੰ ਡਿਸਕਸ ਕਰਨ ਦਾ, ਲੇਕਿਨ ਜਦੋਂ ਅਸੀਂ ਇਹਨਾਂ ਦੀਆਂ ਰਿਜ਼ਲਟਸ ਦੇਖ ਰਹੇ ਹਾਂ ਸਾਨੂੰ ਦੁੱਖ ਹੋ ਰਿਹਾ ਵੀ ਤੁਸੀਂ ਸਾਡੇ ਔਨ ਬਿਹਾਫ ਆਫ ਦ ਡੀਲਰ they have looted the government, looted the people of country। ਬਿਲਕੁਲ, ਬਹੁਤ ਬਹੁਤ ਧੰਨਵਾਦ ਮੌਂਟੀ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਬੜੇ ਸਪਸ਼ਟ ਸ਼ਬਦਾਂ ਦੇ ਵਿੱਚ ਮੌਂਟੀ ਸਹਿਗਲ ਹੋਰਾਂ ਨੇ ਸਮਝਾਇਆ ਕਿ ਕਿਸ ਤਰੀਕੇ ਦੇ ਨਾਲ ਤੇਲ ਕੰਪਨੀਆਂ ਨੇ ਮੁਲਕ ਦੇ ਲੋਕਾਂ ਨੂੰ ਲੁੱਟਿਆ, ਉਹ ਵੀ ਉਦੋਂ ਜਦੋਂ ਸਭ ਤੋਂ ਵੱਧ ਜ਼ਰੂਰਤ ਸੀ ਲੋਕਾਂ ਦੀ ਮਦਦ ਦੀ। ਅੱਜ ਇਹ ਸਭ ਤੋਂ ਵੱਡੀ ਖਬਰ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਕਿ ਇਸ ਪੈਂਡੇਮਿਕ ਦੇ ਵਿੱਚ, ਇਸ ਆਪਦਾ ਦੀ ਘੜੀ ਦੇ ਵਿੱਚ ਕਿਵੇਂ ਲੋਕਾਂ ਨੂੰ ਲੁੱਟਿਆ ਗਿਆ। 70 ਰੁਪਏ ਪ੍ਰਤੀ ਬੈਰਲ ਕੌਮਾਂਤਰੀ ਤੌਰ ਤੇ ਜਦੋਂ ਰੇਟ ਸੀਗਾ ਉਦੋਂ ਵੀ ਤੁਹਾਨੂੰ ਇਹੀ ਭਾਅ ਮਿਲਦਾ ਰਿਹਾ, ਤੇ ਜਦੋਂ ਮੁਫਤ ਦਿੱਤਾ ਗਿਆ, ਮੁਫਤ ਛੱਡੋ ਕਿਰਾਇਆ ਵੀ ਕੰਪਨੀਆਂ ਨੇ ਆਪਣੇ ਕੋਲੋਂ ਦਿੱਤਾ ਕਿ ਸਿਰਫ ਤੁਸੀਂ ਤੇਲ ਲੈ ਜਾਓ ਸਾਡੇ ਤੋਂ, ਕਿਰਾਇਆ ਵੀ ਸਾਡੇ ਤੋਂ ਲੈ ਲਓ, ਤਾਂ ਵੀ ਉਹਦਾ ਬੈਨੀਫਿਟ ਲੋਕਾਂ ਨੂੰ ਨਹੀਂ ਦਿੱਤਾ ਗਿਆ। ਇਹਨਾਂ ਕੰਪਨੀਆਂ ਨੇ ਉਹ ਬੈਨੀਫਿਟ ਖਾ ਲਿਆ। 21,383 ਕਰੋੜ ਰੁਪਏ ਦੇ ਲਗਭਗ ਇਹ ਪੈਸਾ ਹਜਮ ਕੀਤਾ ਗਿਆ। ਇਹ ਸਾਈਡ ਵਾਲੀ ਸਕਰੀਨ ਦੇ ਵਿੱਚ ਤੁਸੀਂ ਦੇਖ ਰਹੇ ਹੋ। ਬੜੇ ਮਾਣ ਦੇ ਨਾਲ ਇੰਡੀਅਨ ਆਇਲ ਨੇ ਜਦੋਂ ਆਪਣਾ ਫਾਈਨੈਂਸ਼ੀਅਲ ਈਅਰ ਖਤਮ ਹੋਇਆ ਤਾਂ ਦੱਸਿਆ ਕਿ 14% ਸਾਡੀ ਖਪਤ ਘਟੀ ਹੈ ਇਸ ਪੈਂਡੇਮਿਕ ਦੇ ਵਿੱਚ, ਪਰ ਮੁਨਾਫਾ ਕਿੰਨਾ ਵਧੇਗਾ? ਉਹ ਮੁਨਾਫਾ ਹਲੇ ਤੱਕ ਇਤਿਹਾਸ ਦੇ ਵਿੱਚ ਕਦੇ ਇੰਨਾ ਮੁਨਾਫਾ ਨਹੀਂ ਹੋਇਆ ਜਿੰਨਾ ਇਹਨਾਂ ਨੇ ਮੁਨਾਫਾ ਕਮਾਇਆ। ਤਾਂ ਸਹਿਜੇ ਅੰਦਾਜ਼ਾ ਲਾਓ ਕਿ ਕਿਵੇਂ ਲੋਕਾਂ ਨੂੰ ਲੁੱਟਿਆ ਗਿਆ। ਲੋਕਾਂ ਦੇ ਸਾਹਮਣੇ ਇਹ ਕਿਹਾ ਗਿਆ ਕਿ ਬਹੁਤ ਨੁਕਸਾਨ ਹੋ ਗਿਆ, ਸਰਕਾਰ ਨੂੰ ਬਹੁਤ ਵੱਡਾ ਨੁਕਸਾਨ ਹੋ ਗਿਆ। ਸਟੇਟ ਗਵਰਨਮੈਂਟ ਕਹਿੰਦੀ ਰਹੀ 10,000 ਕਰੋੜ ਰੁਪਈਆ ਤਾਂ ਸਟੇਟ ਗਵਰਨਮੈਂਟ ਨੇ ਕਮਾ ਲਿਆ। ਉਹ 10,000 ਕਰੋੜ ਰੁਪਈਆ ਜਿਹੜਾ ਸਿੱਧਾ ਸਿੱਧਾ ਲੋਕਾਂ ਦੇ ਜੇਬਾਂ 'ਚ ਜਾਣਾ ਚਾਹੀਦਾ ਸੀਗਾ, ਜੋ ਲੋਕਾਂ ਨੂੰ ਬੈਨੀਫਿਟਸ ਮਿਲਣਾ ਚਾਹੀਦਾ ਸੀਗਾ, ਉਹ ਨਾ ਕੰਪਨੀ ਨੇ ਦਿੱਤਾ ਨਾ ਸਰਕਾਰਾਂ ਨੇ ਦਿੱਤਾ, ਖੁਦ ਹੀ ਸਾਰਾ ਕੁਝ ਹਜਮ ਕਰ ਗਏ। ਇਸ ਕਰਕੇ ਇਹ ਖਬਰ ਪਹੁੰਚਾਉਣੀ ਤੁਹਾਡੇ ਤੱਕ ਬੜੀ ਲਾਜ਼ਮੀ ਸੀ। ਜਦੋਂ ਤੁਸੀਂ ਆਪਣੀ ਜੇਬ ਦੇ ਵਿੱਚੋਂ ਪੈਸੇ ਕੱਢ ਕੇ 1 ਲੀਟਰ ਤੇਲ, 1 ਲੀਟਰ ਪੈਟਰੋਲ ਜਾਂ ਡੀਜ਼ਲ ਪਵਾਉਂਦੇ ਹੋ ਤਾਂ ਇਹ ਸਮਝੋ ਕਿ ਤੁਹਾਨੂੰ ਉਹ ਕਿੰਨਾ ਮਹਿੰਗਾ ਪੈ ਰਿਹਾ। ਮਤਲਬ 75 ਰੁਪਏ ਜਦੋਂ ਪ੍ਰਤੀ ਬੈਰਲ ਸੀਗਾ ਤਾਂ ਵੀ ਲਗਭਗ 100 ਰੁਪਏ ਲੀਟਰ ਦਿੱਤਾ ਗਿਆ, ਜਦਕਿ ਹੋਣਾ ਚਾਹੀਦਾ ਸੀਗਾ ਘੱਟੋ ਘੱਟ ਬੈਨੀਫਿਟਸ ਕੀ ਮਿਲਦੇ ਸੀਗੇ 50 ਰੁਪਏ ਪ੍ਰਤੀ ਲੀਟਰ ਪੈ ਜਾਣਾ ਸੀਗਾ ਡੀਜ਼ਲ ਤੇ ਪੈਟਰੋਲ ਤਾਂ ਭਾਵੇਂ ਚਲੋ 52-53 ਰੁਪਏ ਪੈਂਦਾ, ਪਰ ਡੀਜ਼ਲ ਹੈ ਜਿਹੜਾ 48 ਤੋਂ 50। ਜਿਹੜੇ ਮਾਹਰ ਨੇ ਉਹ ਕਹਿੰਦੇ ਨੇ ਕਿ ਜਦੋਂ ਕੌਮਾਂਤਰੀ ਤੌਰ ਤੇ ਡੀਜ਼ਲ ਤੇ ਪੈਟਰੋਲ ਦੇ ਰੇਟ ਘਟੇ ਤਾਂ ਕਰੂਡ ਆਇਲ ਦਾ ਰੇਟ ਘਟਿਆ ਤਾਂ ਤਕਰੀਬਨ ਇੰਨਾ ਬੈਨੀਫਿਟ ਮਿਲਣਾ ਸੀਗਾ ਲੋਕਾਂ ਨੂੰ ਕਿ ਡੀਜ਼ਲ ਹੈ ਜਿਹੜਾ ਉਹ 48 ਤੋਂ 50 ਰੁਪਏ ਪ੍ਰਤੀ ਲੀਟਰ ਤੇ ਪੈਟਰੋਲ ਹੈ ਜਿਹੜਾ ਉਹ 55 ਤੋਂ 56 ਰੁਪਏ ਪ੍ਰਤੀ ਲੀਟਰ ਸਿਰਫ ਲੋਕਾਂ ਨੂੰ ਮਿਲਣਾ ਚਾਹੀਦਾ ਸੀਗਾ, ਜੋ ਨਹੀਂ ਮਿਲਿਆ, ਜੋ ਲਗਾਤਾਰ 80 90 95 100 ਤੱਕ ਦਾ ਅੰਕੜਾ ਛੂ ਗਿਆ। ਅਜਿਹੇ ਦੇ ਵਿੱਚ ਸਿੱਧੀ ਲੋਕਾਂ ਦੀ ਲੁੱਟ ਹੈ। ਜਾਂਚ ਦੀ ਮੰਗ ਕੀਤੀ ਜਾ ਰਹੀ ਹੈ ਕਿ ਜਾਂਚ ਕੀਤੀ ਜਾਵੇ ਇਹਨਾਂ ਕੰਪਨੀਆਂ ਨੇ ਕਿਵੇਂ ਲੋਕਾਂ ਨੂੰ ਲੁੱਟਿਆ, ਆਪਣੇ ਕਰੋੜਾਂ ਰੁਪਿਆਂ ਦੇ ਫੰਡ ਇਕੱਠੇ ਕੀਤੇ ਪਰ ਲੋਕਾਂ ਨੂੰ ਬਰਬਾਦ ਕਰਕੇ ਰੱਖ ਦਿੱਤਾ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਨਾਲ। ਧੰਨਵਾਦ। ਸਵਾਗਤ ਹੈ PTC